ओम शांति। आज सुनते हाँ 24 अक्टूबर 2024 ਦੇ ਬਾਬਾ ਦੀ ਸਾਕਾਰ ਮਹਾਵਾਕ। ਬਾਬਾ ਬੋਲੇ, ਮਿੱਠੇ ਬੱਚੇ, ਬੇਖਤ ਦੀ ਅਪਾਰ ਖੁਸ਼ੀ ਦਾ ਅਨੁਭਵ ਕਰਨ ਦੇ ਲਈ ਹਰ ਪਲ ਬਾਬਾ ਦੇ ਨਾਲ ਰਹੋ। ਪ੍ਰਸ਼ਨ ਹੈ, ਬਾਪ ਤੋਂ ਕਿਨ ਬੱਚਿਆਂ ਨੂੰ ਬਹੁਤ ਤਾਕਤ ਮਿਲਦੀ ਹੈ? ਬਾਪ ਤੋਂ ਕਿਨ ਬੱਚਿਆਂ ਨੂੰ ਬਹੁਤ ਤਾਕਤ ਮਿਲਦੀ ਹੈ? ਉੱਤਰ, ਜਿਨ੍ਹਾਂ ਨੂੰ ਨਿਸ਼ਚੈ ਹੈ ਅਸੀਂ ਬੇਹੱਦ ਵਿਸ਼ਵ ਦਾ ਪਰਿਵਰਤਨ ਕਰਨ ਵਾਲੇ ਹਾਂ। ਸਾਨੂੰ ਬੇਹੱਦ ਵਿਸ਼ਵ ਦਾ ਮਾਲਿਕ ਬਣਨਾ ਹੈ। ਸਾਨੂੰ ਪੜ੍ਹਾਉਣ ਵਾਲਾ ਖੁਦ ਵਿਸ਼ਵ ਦਾ ਮਾਲਿਕ ਬਾਪ ਹੈ। ਅਜਿਹੇ ਬੱਚਿਆਂ ਨੂੰ ਬਹੁਤ ਤਾਕਤ ਮਿਲਦੀ ਹੈ। ਓਮ ਸ਼ਾਂਤੀ। ਮਿੱਠੇ ਰੂਹਾਨੀ ਬੱਚਿਆਂ ਨੂੰ, ਆਤਮਾਵਾਂ ਨੂੰ ਰੂਹਾਨੀ ਬਾਪ ਪਰਮਪਿਤਾ ਪਰਮਾਤਮਾ ਬੈਠ ਪੜ੍ਹਾਉਂਦੇ ਨੇ, ਸਮਝਾਉਂਦੇ ਨੇ, ਕਿਉਂਕਿ ਬੱਚੇ ਹੀ ਪਾਵਨ ਬਣ ਕੇ ਸਵਰਗ ਦੇ ਮਾਲਿਕ ਬਣਨ ਵਾਲੇ ਨੇ। ਫਿਰ ਤੋਂ ਸਾਰੇ ਵਿਸ਼ਵ ਦਾ ਬਾਪ ਇੱਕ ਹੀ ਹੈ। ਇਹ ਬੱਚਿਆਂ ਨੂੰ ਨਿਸ਼ਚੈ ਹੁੰਦਾ ਹੈ। ਸਾਰੇ ਵਿਸ਼ਵ ਦਾ ਬਾਪ, ਸਾਰੀ ਆਤਮਾਵਾਂ ਦਾ ਬਾਪ ਤੁਸੀਂ ਬੱਚਿਆਂ ਨੂੰ ਪੜ੍ਹਾ ਰਹੇ ਨੇ। ਐਨਾ ਦਿਮਾਗ ਵਿੱਚ ਬੈਠਦਾ ਹੈ, ਕਿਉਂਕਿ ਦਿਮਾਗ ਹੈ ਤਮੋ ਪ੍ਰਧਾਨ, ਲੋਹੇ ਦਾ ਬਰਤਨ, ਆਇਰਨ। ਦਿਮਾਗ ਆਤਮਾ ਵਿੱਚ ਹੁੰਦਾ ਹੈ ਤਾਂ ਇੰਨਾ ਦਿਮਾਗ ਵਿੱਚ ਬੈਠਦਾ ਹੈ। ਇੰਨੀ ਤਾਕਤ ਮਿਲਦੀ ਹੈ ਸਮਝਣ ਦੀ ਕਿ ਬਰੋਬਰ ਬੇਖਤ ਦਾ ਬਾਪ ਸਾਨੂੰ ਪੜ੍ਹਾ ਰਹੇ ਨੇ। ਅਸੀਂ ਬੇਖਤ ਵਿਸ਼ਵ ਨੂੰ ਪਲਟਦੇ ਹਾਂ। ਇਸ ਸਮੇਂ ਬੇਖਤ ਸ੍ਰਿਸ਼ਟੀ ਨੂੰ ਦੋਜ਼ਖ ਕਿਹਾ ਜਾਂਦਾ ਹੈ। ਇਹ ਤਾਂ ਜਾਣਦੇ ਹੋ, ਸਮਝਦੇ ਹੋ। ਗਰੀਬ ਦੋਜ਼ਖ ਵਿੱਚ ਨੇ, ਬਾਕੀ ਸੰਨਿਆਸੀ, ਸਾਹੂਕਾਰ, ਵੱਡੇ ਮਰਤਬੇ ਵਾਲੇ ਬਹਿਸ਼ਤ ਵਿੱਚ ਨੇ। ਬਾਪ ਸਮਝਾਉਂਦੇ ਨੇ ਇਸ ਸਮੇਂ ਜੋ ਵੀ ਮਨੁੱਖ ਮਾਤਰ ਨੇ ਸਭ ਦੋਜ਼ਖ ਵਿੱਚ ਨੇ। ਇਹ ਸਭ ਗੱਲਾਂ ਸਮਝਣ ਦੀਆਂ ਨੇ। ਆਤਮਾ ਕਿੰਨੀ ਛੋਟੀ ਹੈ। ਐਨੀ ਛੋਟੀ ਆਤਮਾ ਵਿੱਚ ਸਾਰੀ ਨੌਲੇਜ ਠਹਿਰਦੀ ਨਹੀਂ ਜਾਂ ਭੁਲਾ ਦਿੰਦੇ ਹੋ। ਵਿਸ਼ਵ ਦੀਆਂ ਸਰਵ ਆਤਮਾਵਾਂ ਦਾ ਬਾਪ ਤੁਹਾਡੇ ਸਨਮੁਖ ਬੈਠ ਤੁਹਾਨੂੰ ਪੜ੍ਹਾ ਰਹੇ ਨੇ। ਸਾਰਾ ਦਿਨ ਬੁੱਧੀ ਵਿੱਚ ਇਹ ਯਾਦ ਰਹਿੰਦਾ ਹੈ ਕਿ ਬਰੋਬਰ ਬਾਬਾ ਸਾਡੇ ਨਾਲ ਇੱਥੇ ਹੈ। ਕਿੰਨਾ ਸਮਾਂ ਬੈਠਦੇ ਨੇ? ਅੱਧਾ ਘੰਟਾ ਜਾਂ ਸਾਰਾ ਦਿਨ? ਇਹ ਦਿਮਾਗ ਵਿੱਚ ਰੱਖਣ ਦੀ ਵੀ ਤਾਕਤ ਚਾਹੀਦੀ ਹੈ। ਈਸ਼ਵਰ ਪਰਮਪਿਤਾ ਪਰਮਾਤਮਾ ਤੁਹਾਨੂੰ ਪੜ੍ਹਾਉਂਦੇ ਨੇ। ਬਾਹਰ ਵਿੱਚ ਜਦੋਂ ਆਪਣੇ ਘਰਾਂ ਵਿੱਚ ਰਹਿੰਦੇ ਹੋ ਉੱਥੇ ਨਾਲ ਨਹੀਂ, ਇੱਥੇ ਪ੍ਰੈਕਟੀਕਲ ਵਿੱਚ ਤੁਹਾਡੇ ਨਾਲ ਹੈ। ਜਿਵੇਂ ਕਿਸੇ ਦਾ ਪਤੀ ਬਾਹਰ ਵਿੱਚ ਹੋਵੇ, ਪਤਨੀ ਇੱਥੇ ਹੈ, ਐਵੇਂ ਥੋੜੀ ਕਹੇਗੀ ਕਿ ਮੇਰੇ ਨਾਲ ਹੈ। ਬੇਹੱਦ ਦਾ ਬਾਪ ਇੱਕ ਹੀ ਹੈ। ਬਾਪ ਸਾਰਿਆਂ ਵਿੱਚ ਤਾਂ ਨਹੀਂ ਹੈ ਨਾ। ਬਾਪ ਜ਼ਰੂਰ ਇੱਕ ਜਗ੍ਹਾ ਬੈਠਦਾ ਹੋਏਗਾ। ਇਹ ਦਿਮਾਗ ਵਿੱਚ ਆਉਂਦਾ ਹੈ ਕਿ ਬੇਹੱਦ ਦਾ ਬਾਪ ਸਾਨੂੰ ਨਵੀਂ ਦੁਨੀਆ ਦਾ ਮਾਲਿਕ ਬਣਾਉਣ ਦੇ ਲਈ ਲਾਇਕ ਬਣਾ ਰਹੇ ਨੇ। ਦਿਲ ਵਿੱਚ ਇੰਨਾ ਆਪਣੇ ਆਪ ਨੂੰ ਲਾਇਕ ਸਮਝਦੇ ਹੋ ਕਿ ਅਸੀਂ ਸਾਰੇ ਵਿਸ਼ਵ ਦੇ ਮਾਲਿਕ ਬਣਨ ਵਾਲੇ ਹਾਂ। ਇਸ ਵਿੱਚ ਬੜੀ ਖੁਸ਼ੀ ਦੀ ਗੱਲ ਹੈ। ਇਸ ਤੋਂ ਜ਼ਿਆਦਾ ਖੁਸ਼ੀ ਦਾ ਖਜ਼ਾਨਾ ਕੋਈ ਨੂੰ ਮਿਲਦਾ ਨਹੀਂ। ਹੁਣ ਤੁਹਾਨੂੰ ਪਤਾ ਲੱਗਿਆ ਅਸੀਂ ਅਜਿਹਾ ਸ਼੍ਰੀ ਲਕਸ਼ਮੀ ਨਾਰਾਇਣ ਜਿਹਾ ਬਣਨ ਵਾਲੇ ਹਾਂ। ਇਹ ਦੇਵਤਾ ਕਿੱਥੋਂ ਦੇ ਮਾਲਿਕ ਨੇ ਇਹ ਵੀ ਸਮਝਦੇ ਹੋ। ਭਾਰਤ ਵਿੱਚ ਦੇਵਤਾ ਹੋ ਕੇ ਗਏ ਨੇ। ਇਹ ਤਾਂ ਸਾਰੇ ਵਿਸ਼ਵ ਦਾ ਮਾਲਿਕ ਬਣਨ ਵਾਲੇ ਨੇ। ਇੰਨਾ ਦਿਮਾਗ ਵਿੱਚ ਹੈ, ਉਹ ਚਲਨ ਹੈ, ਉਹ ਗੱਲਬਾਤ ਕਰਨ ਦਾ ਢੰਗ ਹੈ, ਉਹ ਦਿਮਾਗ ਹੈ। ਕੋਈ ਗੱਲ ਵਿੱਚ ਝੱਟ ਗੁੱਸਾ ਕਰ ਦਿੱਤਾ, ਕਿਸੇ ਨੂੰ ਨੁਕਸਾਨ ਪਹੁੰਚਾਇਆ, ਕਿਸੇ ਦੀ ਗਲਾਨੀ ਕਰ ਦਿੱਤੀ। ਅਜਿਹੀ ਚੱਲਣ ਤਾਂ ਨਹੀਂ ਚੱਲਦੇ। ਸਤਿਯੁਗ ਵਿੱਚ ਇਹ ਕੋਈ ਦੀ ਗਲਾਨੀ ਥੋੜੀ ਕਰਦੇ ਨੇ। ਉੱਥੇ ਗਲਾਨੀ ਦੇ ਛੀ ਖਿਆਲਾਤ ਵਾਲੇ ਹੋਣਗੇ ਹੀ ਨਹੀਂ। ਬਾਪ ਤਾਂ ਬੱਚਿਆਂ ਨੂੰ ਕਿੰਨਾ ਜ਼ੋਰ ਨਾਲ ਉਠਾਉਂਦੇ ਨੇ। ਤੁਸੀਂ ਬਾਪ ਨੂੰ ਯਾਦ ਕਰੋ ਤਾਂ ਤੁਹਾਡੇ ਪਾਪ ਘਟ ਜਾਣਗੇ। ਤੁਸੀਂ ਹੱਥ ਉਠਾਉਂਦੇ ਹੋ ਪਰ ਤੁਹਾਡੀ ਚਲਨ ਅਜਿਹੀ ਹੈ। ਬਾਪ ਬੈਠ ਪੜ੍ਹਾਉਂਦੇ, ਇਹ ਦਿਮਾਗ ਵਿੱਚ ਜ਼ੋਰ ਨਾਲ ਬੈਠਦਾ ਹੈ। ਬਾਬਾ ਜਾਣਦੇ ਨੇ ਬੋਧਿਆਂ ਦਾ ਨਸ਼ਾ ਸੋਡਾ ਵਾਟਰ ਹੋ ਜਾਂਦਾ ਹੈ। ਸਭ ਨੂੰ ਇੰਨੀ ਖੁਸ਼ੀ ਦਾ ਪਾਰਾ ਨਹੀਂ ਚੜ੍ਹਦਾ। ਜਦੋਂ ਬੁੱਧੀ ਵਿੱਚ ਬੈਠੇ ਤਾਂ ਨਸ਼ਾ ਚੜ੍ਹੇ। ਵਿਸ਼ਵ ਦਾ ਮਾਲਿਕ ਬਣਾਉਣ ਦੇ ਲਈ ਬਾਪ ਹੀ ਪੜ੍ਹਾਉਂਦੇ ਨੇ। ਇੱਥੇ ਸਭ ਪਤਿਤ ਨੇ। ਰਾਵਣ ਸੰਪਰਦਾਇਕ ਕਥਾ ਹੈ ਨਾ। ਰਾਮ ਨੇ ਬਾਂਦਰਾਂ ਦੀ ਸੇਨਾ ਲਿੱਤੀ, ਫਿਰ ਇਹ ਕੀਤਾ। ਹੁਣ ਤੁਸੀਂ ਜਾਣਦੇ ਹੋ ਬਾਬਾ ਰਾਵਣ ਤੇ ਜਿੱਤ ਪਹਿਨਾ ਕੇ ਸ਼੍ਰੀ ਲਕਸ਼ਮੀ ਨਾਰਾਇਣ ਜਿਹਾ ਬਣਾਉਂਦੇ ਨੇ। ਇੱਥੇ ਤੁਸੀਂ ਬੱਚਿਆਂ ਤੋਂ ਕੋਈ ਪੁੱਛਦੇ ਨੇ, ਤੁਸੀਂ ਫਟ ਨਾਲ ਕਹੋਗੇ ਸਾਨੂੰ ਭਗਵਾਨ ਪੜ੍ਹਾਉਂਦੇ ਨੇ। ਭਗਵਾਨੋ ਵਾਜ
ਜਿਵੇਂ ਟੀਚਰ ਕਹੇਗਾ ਅਸੀਂ ਤੁਹਾਨੂੰ ਬੈਰਿਸਟਰ ਫਲਾਣਾ ਬਣਾਉਂਦੇ ਹਾਂ, ਨਿਸ਼ਚੈ ਨਾਲ ਪੜ੍ਹਾਉਂਦੇ ਨੇ ਤਾਂ ਉਹ ਬਣ ਜਾਂਦੇ ਨੇ। ਪੜ੍ਹਨ ਵਾਲੇ ਨੰਬਰਵਾਰ ਹੁੰਦੇ ਨੇ, ਪਦਵੀ ਵੀ ਨੰਬਰਵਾਰ ਪਾਉਂਦੇ ਨੇ। ਇਹ ਵੀ ਪੜ੍ਹਾਈ ਹੈ। ਬਾਬਾ ਏਮ ਆਬਜੈਕਟ ਸਾਹਮਣੇ ਦਿਖਾ ਰਹੇ ਨੇ, ਤੁਸੀਂ ਵੀ ਸਮਝਦੇ ਹੋ। ਇਸ ਪੜ੍ਹਾਈ ਨਾਲ ਅਸੀਂ ਅਜਿਹਾ ਬਣਾਂਗੇ। ਖੁਸ਼ੀ ਦੀ ਗੱਲ ਹੈ ਨਾ। ICS ਪੜ੍ਹਨ ਵਾਲੇ ਵੀ ਸਮਝਣਗੇ ਅਸੀਂ ਇਹ ਪੜ੍ਹ ਕੇ ਫਿਰ ਇਹ ਬਣਾਂਗੇ, ਇਹ ਘਰ ਬਣਾਵਾਂਗੇ, ਐਵੇਂ ਕਰਾਂਗੇ, ਐਵੇਂ ਕਰਾਂਗੇ। ਬੁੱਧੀ ਵਿੱਚ ਚੱਲਦਾ ਹੈ ਨਾ। ਇੱਥੇ ਫਿਰ ਤੁਸੀਂ ਬੱਚਿਆਂ ਨੂੰ ਬਾਪ ਬੈਠ ਪੜ੍ਹਾਉਂਦੇ ਨੇ। ਸਭ ਨੂੰ ਪੜ੍ਹਨਾ ਹੈ, ਪਵਿੱਤਰ ਬਣਨਾ ਹੈ, ਬਾਪ ਤੋਂ ਪ੍ਰਤਿੱਗਿਆ ਕਰਨੀ ਹੈ। ਅਸੀਂ ਕੋਈ ਵੀ ਅਪਵਿੱਤਰ ਕਰਮ ਨਹੀਂ ਕਰਾਂਗੇ। ਬਾਪ ਕਹਿੰਦੇ ਨੇ ਜੇ ਕਿ ਉਲਟਾ ਕੰਮ ਕਰ ਲਿਆ ਤਾਂ ਕੀਤੀ ਕਮਾਈ ਝੱਟ ਹੋ ਜਾਏਗੀ। ਇਹ ਮ੍ਰਿਤੂ ਲੋਕ ਪੁਰਾਣੀ ਦੁਨੀਆ ਹੈ। ਅਸੀਂ ਪੜ੍ਹਦੇ ਹਾਂ ਨਵੀਂ ਦੁਨੀਆ ਦੇ ਲਈ। ਇਹ ਪੁਰਾਣੀ ਦੁਨੀਆ ਖਤਮ ਹੋ ਜਾਣੀ ਹੈ। ਸਰਕਮਸਟਾਂਸਸ ਵੀ ਇਹੋ ਜਿਹੇ ਨੇ। ਬਾਪ ਸਾਨੂੰ ਪੜ੍ਹਾਉਂਦੇ ਹੀ ਨੇ ਅਮਰ ਲੋਕ ਦੇ ਲਈ। ਸਾਰੀ ਦੁਨੀਆ ਦਾ ਚੱਕਰ ਬਾਪ ਸਮਝਾਉਂਦੇ ਨੇ। ਹੱਥ ਵਿੱਚ ਕੋਈ ਪੁਸਤਕ ਨਹੀਂ। ਔਰਲੀ ਮੂੰਹ ਜ਼ਬਾਨੀ ਬੈਠ ਸਮਝਾਉਂਦੇ ਨੇ। ਪਹਿਲੀ ਗੱਲ ਬਾਪ ਸਮਝਾਉਂਦੇ ਨੇ ਆਪਣੇ ਆਪ ਨੂੰ ਆਤਮਾ ਨਿਸ਼ਚੈ ਕਰੋ। ਆਤਮਾ ਭਗਵਾਨ ਬਾਪ ਦਾ ਬੱਚਾ ਹੈ। ਪਰਮ ਪਿਤਾ ਪਰਮਾਤਮਾ ਪਰਮ ਧਾਮ ਵਿੱਚ ਰਹਿੰਦੇ ਨੇ। ਅਸੀਂ ਆਤਮਾਵਾਂ ਵੀ ਉੱਥੇ ਰਹਿੰਦੀਆਂ ਹਾਂ। ਫਿਰ ਉੱਥੋਂ ਨੰਬਰਵਾਰ ਇੱਥੇ ਆਉਂਦੇ ਹਾਂ ਪਾਠ ਵਜਾਉਣ ਦੇ ਲਈ। ਇਹ ਬੜੀ ਬੇਹੱਦੀ ਸਟੇਜ ਹੈ। ਇਸ ਸਟੇਜ ਤੇ ਪਹਿਲੇ ਐਕਟਰ ਪਾਠ ਵਜਾਉਣ ਭਾਰਤ ਵਿੱਚ ਨਵੀਂ ਦੁਨੀਆ ਵਿੱਚ ਆਉਂਦੇ ਨੇ। ਇਹ ਉਹਨਾਂ ਦੀ ਐਕਟੀਵਿਟੀ ਹੈ। ਤੁਸੀਂ ਉਹਨਾਂ ਦੀ ਮਹਿਮਾ ਵੀ ਗਾਉਂਦੇ ਹੋ। ਕਿ ਉਹਨਾਂ ਨੂੰ ਮਲਟੀ ਮਿਲੀਨੀਅਰ ਕਹਾਂਗੇ, ਕਰੋੜਪਤੀ ਅਰਬਪਤੀ ਕਹਾਂਗੇ। ਉਹਨਾਂ ਲੋਕਾਂ ਕੋਲ ਤਾਂ ਅਣਗਿਣਤ ਅਥਾਹ ਧਨ ਰਹਿੰਦਾ। ਬਾਪ ਤਾਂ ਐਵੇਂ ਕਹਿਣਗੇ ਨਾ ਉਹ ਲੋਕ, ਕਿਉਂਕਿ ਬਾਪ ਤਾਂ ਬੇਹੱਦ ਦਾ ਹੈ। ਇਹ ਵੀ ਡਰਾਮਾ ਬਣਿਆ ਹੋਇਆ ਹੈ। ਜਿਵੇਂ ਸ਼ਿਵ ਬਾਬਾ ਨੇ ਇਹਨਾਂ ਨੂੰ ਅਜਿਹਾ ਸਾਹੂਕਾਰ ਬਣਾਇਆ ਜੋ ਭਗਤੀ ਮਾਰਗ ਵਿੱਚ ਫਿਰ ਉਹਨਾਂ ਨੇ ਸ਼ਿਵ ਦਾ ਮੰਦਿਰ ਬਣਾਇਆ ਪੂਜਾ ਦੇ ਲਈ। ਪਹਿਲੇ ਉਹਨਾਂ ਦੀ ਪੂਜਾ ਕਰਦੇ ਨੇ ਜਿਸਨੇ ਪੂਜਯ ਬਣਾਇਆ। ਬਾਪ ਰੋਜ਼ ਸਮਝਾਉਂਦੇ ਬਹੁਤ ਨੇ ਨਸ਼ਾ ਚੜ੍ਹਾਉਣ ਲਈ। ਪਰ ਨੰਬਰਵਾਰ ਪੁਰਸ਼ਾਰਥ ਅਨੁਸਾਰ ਜੋ ਸਮਝਦੇ ਨੇ ਉਹ ਸਰਵਿਸ ਵਿੱਚ ਲੱਗੇ ਰਹਿੰਦੇ ਨੇ, ਉਹ ਤਾਜ਼ੇ ਰਹਿੰਦੇ ਨੇ। ਨਹੀਂ ਤਾਂ ਬਾਸੀ ਹੋ ਜਾਂਦੇ ਨੇ। ਬੱਚੇ ਜਾਣਦੇ ਨੇ ਬਰੋਬਰ ਇਹ ਭਾਰਤ ਵਿੱਚ ਰਾਜ ਕਰਦੇ ਸੀ ਤਾਂ ਹੋਰ ਕੋਈ ਧਰਮ ਨਹੀਂ ਸੀ। ਡਿਟਿਜ਼ਮ ਹੀ ਸੀ, ਦੇਵੀ ਦੇਵਤਾ ਧਰਮ ਹੀ ਸੀ। ਬਾਅਦ ਵਿੱਚ ਹੋਰ ਧਰਮ ਆਏ। ਹੁਣ ਤੁਸੀਂ ਸਮਝਦੇ ਹੋ ਸ੍ਰਿਸ਼ਟੀ ਦਾ ਚੱਕਰ ਕਿਵੇਂ ਫਿਰਦਾ ਹੈ। ਸਕੂਲ ਵਿੱਚ ਏਮ ਆਬਜੈਕਟ ਤਾਂ ਚਾਹੀਦੀ ਹੈ ਨਾ। ਸਤਯੁਗ ਆਦਿ ਵਿੱਚ ਇਹ ਰਾਜ ਕਰਦੇ ਸੀ। ਫਿਰ 84 ਦੇ ਚੱਕਰ ਵਿੱਚ ਆਏ। ਬੱਚੇ ਜਾਣਦੇ ਨੇ ਇਹ ਹੈ ਬੇਹੱਦ ਦੀ ਪੜ੍ਹਾਈ। ਜਨਮ ਜਨਮਾਂਤਰ ਹੱਦ ਦੀ ਪੜ੍ਹਾਈ ਪੜ੍ਹਦੇ ਆਏ। ਇਸ ਵਿੱਚ ਪੱਕਾ ਨਿਸ਼ਚੈ ਚਾਹੀਦਾ ਹੈ। ਸਾਰੀ ਸ੍ਰਿਸ਼ਟੀ ਨੂੰ ਪਲਟਾਉਣ ਵਾਲਾ, ਰੈਜ਼ੋਨੇਟ ਕਰਨ ਵਾਲਾ, ਅਰਥਾਤ ਨਰਕ ਨੂੰ ਸਵਰਗ ਬਣਾਉਣ ਵਾਲਾ ਬਾਪ ਸਾਨੂੰ ਪੜ੍ਹਾ ਰਹੇ ਨੇ। ਐਨਾ ਜ਼ਰੂਰ ਹੈ ਮੁਕਤੀ ਧਾਮ ਵਿੱਚ ਸਭ ਜਾ ਸਕਦੇ ਨੇ। ਸਵਰਗ ਵਿੱਚ ਸਾਰੇ ਨਹੀਂ ਆਣਗੇ, ਇਹ ਤੁਸੀਂ ਜਾਣਦੇ ਹੋ। ਬਾਬਾ ਸਾਨੂੰ ਵਿਸ਼ੇ ਸਾਗਰ ਤੋਂ, ਵੈਸ਼ਾਲਿਆ ਤੋਂ ਨਿਕਾਲਦੇ ਨੇ। ਹੁਣ ਬਰੋਬਰ ਵੈਸ਼ਾਲਿਆ ਹੈ। ਕਦੋਂ ਤੋਂ ਸ਼ੁਰੂ ਹੁੰਦਾ ਤੁਸੀਂ ਜਾਣ ਚੁੱਕੇ ਹੋ। 2500 ਵਰੇ ਹੋਏ ਜਦੋਂ ਹੀ ਰਾਵਣ ਰਾਜੇ ਸ਼ੁਰੂ ਹੋਇਆ, ਭਗਤੀ ਮਾਰਗ ਸ਼ੁਰੂ ਹੋਇਆ। ਉਸ ਸਮੇਂ ਦੇਵੀ ਦੇਵਤਾ ਧਰਮ ਵਾਲੇ ਹੀ ਨੇ ਉਹ ਮਾਰਗ ਵਿੱਚ ਆ ਗਏ। ਭਗਤੀ ਦੇ ਲਈ ਮੰਦਰ ਬਣਾਉਂਦੇ। ਸੋਮਨਾਥ ਦਾ ਮੰਦਰ ਕਿੰਨਾ ਵੱਡਾ ਬਣਾਇਆ ਹੋਇਆ ਹੈ। ਹਿਸਟਰੀ ਤਾਂ ਸੁਣੀ ਹੈ ਨਾ। ਮੰਦਰ ਵਿੱਚ ਕੀ ਸੀ ਤਾਂ ਉਸ ਸਮੇਂ ਕਿੰਨੇ ਧਨਵਾਨ ਹੋਣਗੇ। ਸਿਰਫ ਇੱਕ ਮੰਦਿਰ ਤਾਂ ਨਹੀਂ ਹੋਵੇਗਾ ਨਾ। ਹਿਸਟਰੀ ਵਿੱਚ ਕਰਕੇ ਇੱਕ ਦਾ ਨਾਮ ਪਾਇਆ ਹੈ। ਮੰਦਰ ਤਾਂ ਬਹੁਤ ਜੇ ਰਾਜਾਵਾਂ ਦੇ ਬਣਾਉਂਦੇ ਨੇ। ਇੱਕ ਦੋ ਨੂੰ ਦੀ ਪੂਜਾ ਸਭ ਕਰਨਗੇ ਨਾ। ਢੇਰ ਮੰਦਰ ਹੋਣਗੇ। ਸਿਰਫ ਇੱਕ ਨੂੰ ਨਹੀਂ ਲੁੱਟਿਆ ਹੋਏਗਾ। ਦੂਜੇ ਵੀ ਮੰਦਰ ਆਸ-ਪਾਸ ਹੋਣਗੇ। ਉੱਥੇ ਪਿੰਡ ਵਿੱਚ ਕੋਈ ਦੂਰ ਨਹੀਂ ਹੁੰਦੇ। ਇੱਕ ਦੋ ਦੇ ਨਜ਼ਦੀਕ ਹੀ ਹੁੰਦੇ ਨੇ, ਕਿਉਂਕਿ ਉੱਥੇ ਟ੍ਰੇਨ ਆਦਿ ਨਹੀਂ ਹੋਏਗੀ। ਬਹੁਤ ਨਜ਼ਦੀਕ ਇੱਕ ਦੋ ਦੇ ਰਹਿੰਦੇ ਹੋਣਗੇ। ਫਿਰ ਹੌਲੀ ਸ੍ਰਿਸ਼ਟੀ ਫੈਲਦੀ ਜਾਂਦੀ ਹੈ। ਹੁਣ ਤੁਸੀਂ ਬੱਚੇ ਪੜ੍ਹ ਰਹੇ ਹੋ। ਵੱਡੇ ਤੇ ਵੱਡਾ ਬਾਪ ਤੁਹਾਨੂੰ ਪੜ੍ਹਾਉਂਦੇ ਨੇ। ਨਸ਼ਾ ਹੋਣਾ ਚਾਹੀਦਾ ਹੈ ਨਾ। ਘਰ ਵਿੱਚ ਕਦੇ ਰੋਣਾ ਪਿੱਟਣਾ ਨਹੀਂ। ਇੱਥੇ ਤੁਹਾਨੂੰ ਦੈਵੀ ਗੁਣ ਧਾਰਨ ਕਰਨੇ ਨੇ।
ਇਸ ਪੁਰਸ਼ੋਤਮ ਸੰਗਮ ਯੁਕਤੀ ਤੁਸੀਂ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ। ਇਹ ਹੈ ਵਿੱਚ ਦਾ ਸਮਾਂ ਜਦ ਕਿ ਤੁਸੀਂ ਚੇਂਜ ਹੁੰਦੇ ਹੋ। ਪੁਰਾਣੀ ਦੁਨੀਆ ਤੋਂ ਨਵੀਂ ਦੁਨੀਆ ਵਿੱਚ ਜਾਣਾ ਹੈ। ਹੁਣ ਤੁਸੀਂ ਪੁਰਸ਼ੋਤਮ ਸੰਗਮ ਯੁਕਤੀ ਪੜ੍ਹ ਰਹੇ ਹੋ। ਭਗਵਾਨ ਤੁਹਾਨੂੰ ਪੜ੍ਹਾਉਂਦੇ ਨੇ, ਸਾਰੀ ਦੁਨੀਆ ਨੂੰ ਪਲਟਾਉਂਦੇ ਨੇ, ਪੁਰਾਣੀ ਦੁਨੀਆ ਨੂੰ ਨਵਾਂ ਬਣਾ ਦਿੰਦੇ। ਜਿਸ ਨਵੀਂ ਦੁਨੀਆ ਦਾ ਫਿਰ ਤੁਹਾਨੂੰ ਮਾਲਿਕ ਬਣਨਾ ਹੈ। ਬਾਪ ਬੰਨਿਆ ਹੋਇਆ ਹੈ ਤੁਹਾਨੂੰ ਯੁਕਤੀ ਦੱਸਣ ਦੇ ਲਈ। ਫਿਰ ਤੁਸੀਂ ਬੱਚਿਆਂ ਨੂੰ ਵੀ ਉਸ ਤੇ ਅਮਲ ਕਰਨਾ ਹੈ। ਇਹ ਤਾਂ ਸਮਝਦੇ ਹੋ ਅਸੀਂ ਇੱਥੋਂ ਦੇ ਰਹਿਣ ਵਾਲੇ ਨਹੀਂ ਹਾਂ। ਤੁਸੀਂ ਇਹ ਥੋੜ੍ਹੀ ਜਾਣਦੇ ਸੀ ਕਿ ਸਾਡੀ ਰਾਜਧਾਨੀ ਸੀ। ਹੁਣ ਬਾਬਾ ਨੇ ਸਮਝਾਇਆ ਰਾਵਣ ਦੇ ਰਾਜ ਵਿੱਚ ਤੁਸੀਂ ਬਹੁਤ ਦੁਖੀ ਹੋ। ਇਸ ਨੂੰ ਕਿਹਾ ਜਾਂਦਾ ਵਿਕਾਰੀ ਦੁਨੀਆ। ਇਹ ਦੇਵਤਾ ਨੇ ਸੰਪੂਰਨ ਨਿਰਵਿਕਾਰੀ, ਆਪਣੇ ਆਪ ਨੂੰ ਵਿਕਾਰੀ ਕਹਿੰਦੇ ਨੇ। ਹੁਣ ਰਾਵਣ ਰਾਜ ਕਦੋਂ ਤੋਂ ਸ਼ੁਰੂ ਹੋਇਆ, ਕੀ ਹੋਇਆ, ਜ਼ਰਾ ਵੀ ਕਿਸੇ ਨੂੰ ਪਤਾ ਨਹੀਂ। ਬੁੱਧੀ ਬਿਲਕੁਲ ਤਮੋ ਪ੍ਰਧਾਨ ਹੈ। ਪਾਰਸ ਬੁੱਧੀ ਸਾਜੁਕ ਵਿੱਚ ਸੀ ਤਾਂ ਵਿਸ਼ਵ ਦੇ ਮਾਲਿਕ ਸੀ, ਅਥਾ ਸੁਖੀ ਸੀ। ਉਸਦਾ ਨਾਂ ਹੈ ਸੁਖ ਨਾਮ। ਇੱਥੇ ਤਾਂ ਅਥਾ ਦੁੱਖ ਹੈ। ਸੁੱਖ ਦੀ ਦੁਨੀਆ, ਦੁੱਖ ਦੀ ਦੁਨੀਆ ਕਿਵੇਂ ਹੈ ਇਹ ਵੀ ਬਾਪ ਸਮਝਾਉਂਦੇ ਨੇ। ਸੁੱਖ ਕਿੰਨਾ ਸਮੇਂ, ਦੁੱਖ ਕਿੰਨਾ ਸਮੇਂ ਚੱਲਦਾ, ਮਨੁੱਖ ਕੁਝ ਨਹੀਂ ਜਾਣਦੇ। ਤੁਹਾਡੇ ਵਿੱਚ ਵੀ ਨੰਬਰਵਾਰ ਸਮਝਦੇ ਰਹਿੰਦੇ ਨੇ। ਸਮਝਾਉਣ ਵਾਲਾ ਹੈ ਬੇਖਤ ਦਾ ਬਾਪ। ਸ਼੍ਰੀ ਕ੍ਰਿਸ਼ਨ ਨੂੰ ਬੇਖਤ ਦਾ ਬਾਪ ਥੋੜੀ ਕਹਾਂਗੇ, ਦਿਲ ਤੋਂ ਲੱਗਦਾ ਹੀ ਨਹੀਂ। ਪਰ ਕਿਸ ਨੂੰ ਬਾਪ ਕਹੀਏ, ਕੁਝ ਵੀ ਸਮਝਦੇ ਨਹੀਂ। ਭਗਵਾਨ ਸਮਝਾਉਂਦੇ ਨੇ, ਮੇਰੀ ਗਲਾਨੀ ਕਰਦੇ ਨੇ। ਮੈਂ ਤੁਹਾਨੂੰ ਦੇਵਤਾ ਬਣਾਉਂਦਾ ਹਾਂ, ਮੇਰੀ ਕਿੰਨੀ ਗਲਾਨੀ ਕੀਤੀ। ਫਿਰ ਦੇਵਤਾਵਾਂ ਦੀ ਵੀ ਗਲਾਨੀ ਕਰ ਦਿੱਤੀ। ਐਨੇ ਮੂੜਮਤੀ ਮਨੁੱਖ ਬਣ ਗਏ ਨੇ। ਕਹਿੰਦੇ ਰਹਿੰਦੇ ਭਜ ਗੋਬਿੰਦ। ਬਾਪ ਕਹਿੰਦੇ ਹੇ ਮੂੜਮਤੀ, ਗੋਬਿੰਦ ਗੋਬਿੰਦ ਕਹਿੰਦੇ, ਫਿਰ ਰਾਮ ਰਾਮ ਕਹਿੰਦੇ। ਬੁੱਧੀ ਵਿੱਚ ਕੁਝ ਨਹੀਂ ਆਉਂਦਾ, ਕਿਸ ਨੂੰ ਭਜਦੇ ਹੋ। ਪੱਥਰ ਬੁੱਧੀਆਂ ਨੂੰ ਮੂੜਮਤੀ ਹੀ ਕਹਾਂਗੇ। ਬਾਪ ਕਹਿੰਦੇ ਹੁਣ ਮੈਂ ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਉਂਦਾ ਹਾਂ। ਬਾਪ ਸਰਵ ਦਾ ਸਦਗਤੀ ਦਾਤਾ ਹੈ ਨਾ। ਬਾਪ ਸਮਝਾਉਂਦੇ ਤੁਸੀਂ ਆਪਣੇ ਪਰਿਵਾਰ ਆਦਿ ਵਿੱਚ ਕਿੰਨੇ ਫਸੇ ਹੋਏ ਹੋ। ਭਗਵਾਨ ਜੋ ਕਹਿੰਦੇ ਨੇ ਉਹ ਬੁੱਧੀ ਵਿੱਚ ਲਿਆਉਣਾ ਚਾਹੀਦਾ ਹੈ। ਪਰ ਆਸਰੀ ਮੱਤ ਤੇ ਹਿਰੇ ਹੋਏ ਨੇ। ਈਸ਼ਰੀ ਮੱਤ ਤੇ ਚੱਲਣ ਕਿਵੇਂ। ਗੋਬਿੰਦ ਕੌਣ ਹੈ, ਕੀ ਚੀਜ਼ ਹੈ, ਉਹ ਵੀ ਜਾਣਦੇ ਨਹੀਂ। ਬਾਪ ਸਮਝਾਉਂਦੇ ਨੇ। ਤੁਸੀਂ ਕਹੋਗੇ ਬਾਬਾ ਤੁਸੀਂ ਅਨੇਕ ਵਾਰ ਸਾਨੂੰ ਸਮਝਾਇਆ, ਇਹ ਵੀ ਡਰਾਮਾ ਵਿੱਚ ਨੂਦ ਹੈ। ਬਾਬਾ ਅਸੀਂ ਫਿਰ ਤੋਂ ਤੁਹਾਡੇ ਤੋਂ ਵਰਸਾ ਲੈ ਰਹੇ ਹਾਂ। ਅਸੀਂ ਨਰ ਤੋਂ ਨਾਰਾਇਣ ਜ਼ਰੂਰ ਬਣਾਂਗੇ। ਸਟੂਡੈਂਟ ਨੂੰ ਪੜ੍ਹਾਈ ਦਾ ਨਸ਼ਾ ਜ਼ਰੂਰ ਰਹਿੰਦਾ, ਅਸੀਂ ਇਹ ਬਣਾਂਗੇ। ਨਿਸ਼ਚੈ ਰਹਿੰਦਾ ਹੈ ਨਾ। ਹੁਣ ਬਾਪ ਕਹਿੰਦੇ ਤੁਹਾਨੂੰ ਸਰਵਗੁਣ ਸੰਪੰਨ ਬਣਨਾ ਹੈ। ਕੋਈ ਤੋਂ ਕ੍ਰੋਧ ਆਦਿ ਨਹੀਂ ਕਰਨਾ। ਦੇਵਤਾ ਵਿੱਚ 5 ਵਿਕਾਰ ਨਹੀਂ ਹੁੰਦੇ। ਸ਼੍ਰੀਮਤ ਤੇ ਚੱਲਣਾ ਚਾਹੀਦਾ ਹੈ। ਸ਼੍ਰੀਮਤ ਪਹਿਲੇ ਕਹਿੰਦੀ ਹੈ ਆਪਣੇ ਆਪ ਨੂੰ ਆਤਮਾ ਸਮਝੋ। ਤੁਸੀਂ ਆਤਮਾ ਪਰਮ ਧਾਮ ਤੋਂ ਇੱਥੇ ਆਏ ਹੋ ਪਾਠ ਵਜਾਣ। ਇਹ ਸਰੀਰ ਤੁਹਾਡਾ ਵਿਨਾਸ਼ੀ ਹੈ, ਆਤਮਾ ਅਵਿਨਾਸ਼ੀ ਹੈ। ਆਪਣੇ ਆਪ ਨੂੰ ਆਤਮਾ ਸਮਝੋ। ਮੈਂ ਆਤਮਾ ਪਰਮ ਧਾਮ ਤੋਂ ਇੱਥੇ ਆਈ ਹਾਂ ਪਾਠ ਵਜਾਣ। ਹੁਣ ਇੱਥੇ ਦੁਖੀ ਹੁੰਦੇ ਨੇ ਤਾਂ ਕਹਿੰਦੇ ਨੇ ਮੁਕਤੀ ਧਾਮ ਵਿੱਚ ਜਾਈਏ। ਪਰ ਤੁਹਾਨੂੰ ਪਾਵਨ ਕੌਣ ਬਣਾਵੇ। ਬੁਲਾਉਂਦੇ ਵੀ ਇੱਕ ਨੂੰ ਹੋ। ਤਬਾ ਪਾ ਕੇ ਕਹਿੰਦੇ ਮੇਰੇ ਮਿੱਠੇ ਮਿੱਠੇ ਬੱਚੋ, ਆਪਣੇ ਆਪ ਨੂੰ ਆਤਮਾ ਸਮਝੋ, ਦੇ ਨਾ ਸਮਝੋ। ਮੈਂ ਆਤਮਾਵਾਂ ਨੂੰ ਬੈਠ ਸਮਝਾਉਂਦਾ ਹਾਂ। ਆਤਮਾਵਾਂ ਹੀ ਬੁਲਾਉਂਦੀਆਂ ਨੇ, ਹੀ ਪਤਿਤ ਪਾਵਨ। ਆਓ ਆ ਕੇ ਪਾਵਨ ਬਣਾਓ। ਭਾਰਤ ਵਿੱਚ ਪਾਵਨ ਸੀ, ਹੁਣ ਫਿਰ ਬੁਲਾਉਂਦੇ ਨੇ ਪਤਿਤ ਤੋਂ ਪਾਵਨ ਬਣਾ ਕੇ ਸੁਖ ਧਾਮ ਲੈ ਚੱਲੋ। ਸ਼੍ਰੀ ਕ੍ਰਿਸ਼ਨ ਦੇ ਨਾਲ ਤੁਹਾਡੀ ਪ੍ਰੀਤਤਾ ਹੈ। ਸ਼੍ਰੀ ਕ੍ਰਿਸ਼ਨ ਦੇ ਲਈ ਸਭ ਤੋਂ ਜ਼ਿਆਦਾ ਵਰਤ ਨੇਮ ਕੁਮਾਰੀਆਂ ਮਾਤਾਵਾਂ ਰੱਖਦੀਆਂ ਨੇ, ਨਿਰਜਲ ਰਹਿੰਦੀਆਂ ਨੇ। ਕ੍ਰਿਸ਼ਨਪੁਰੀ ਅਰਥਾਤ ਸਾਜੂਗ ਵਿੱਚ ਜਾਈਏ, ਪਰ ਗਿਆਨ ਨਹੀਂ। ਇਸ ਲਈ ਬੜਾ ਹੱਠ ਆਦਿ ਕਰਦੇ ਨੇ। ਤੁਸੀਂ ਵੀ ਐਨਾ ਕਰਦੇ ਹੋ ਕੋਈ ਨੂੰ ਸੁਣਾਉਣ ਦੇ ਲਈ, ਖੁਦ ਕ੍ਰਿਸ਼ਨਪੁਰੀ ਦੇ ਵਿੱਚ ਜਾਣ ਦੇ ਲਈ। ਤੁਹਾਨੂੰ ਕੋਈ ਨਹੀਂ ਰੋਕਦਾ। ਉਹ ਲੋਕ ਗਵਰਨਮੈਂਟ ਦੇ ਅੱਗੇ ਫਾਸਟ ਆਦਿ ਰੱਖਦੇ, ਵਰਤ ਰੱਖਦੇ, ਹੱਠ ਕਰਦੇ, ਤੰਗ ਕਰਨ ਦੇ ਲਈ।
ਤੁਹਾਨੂੰ ਕੋਈ ਕੋਲ ਧਰਨਾ ਮਾਰ ਕੇ ਨਹੀਂ ਬੈਠਣਾ, ਨਾ ਕੋਈ ਨੇ ਤੁਹਾਨੂੰ ਸਿਖਾਇਆ ਹੈ। ਸ਼੍ਰੀ ਕ੍ਰਿਸ਼ਨ ਹੈ ਸਤਿਯੁਗ ਦਾ ਫਸਟ ਪ੍ਰਿੰਸ, ਪਰ ਇਹ ਕਿਸੇ ਨੂੰ ਪਤਾ ਨਹੀਂ ਲੱਗਦਾ। ਸ਼੍ਰੀ ਕ੍ਰਿਸ਼ਨ ਨੂੰ ਦੁਆਪਰ ਵਿੱਚ ਲੈ ਗਏ। ਬਾਪ ਸਮਝਾਉਂਦੇ ਨੇ, ਮਿੱਠੇ ਮਿੱਠੇ ਬੱਚੋ, ਭਗਤੀ ਤੇ ਗਿਆਨ ਦੋ ਚੀਜ਼ਾਂ ਵੱਖ-ਵੱਖ ਨੇ। ਗਿਆਨ ਹੈ ਦਿਨ, ਭਗਤੀ ਹੈ ਰਾਤ। ਕਿਸ ਦੀ? ਬ੍ਰਹਮਾ ਦੀ ਰਾਤ ਤੇ ਦਿਨ। ਪਰ ਇਸ ਦਾ ਅਰਥ ਨਾ ਸਮਝਦੇ ਨੇ ਗੁਰੂ ਨਾ ਉਹਨਾਂ ਦੇ ਚੇਲੇ। ਗਿਆਨ ਤੇ ਭਗਤੀ ਤੇ ਵੈਰਾਗ, ਇਸ ਦਾ ਰਾਜ ਬਾਪ ਨੇ ਆ ਕੇ ਬੱਚਿਆਂ ਨੂੰ ਸਮਝਾਇਆ ਹੈ। ਗਿਆਨ ਦਿਨ, ਭਗਤੀ ਰਾਤ, ਉਸ ਤੋਂ ਬਾਅਦ ਹੈ ਵੈਰਾਗ। ਉਹ ਜਾਣਦੇ ਹੀ ਨਹੀਂ। ਗਿਆਨ ਭਗਤੀ ਵੈਰਾਗ ਅੱਖਰ ਐਕਿਊਰੇਟ ਹੈ, ਪਰ ਅਰਥ ਨਹੀਂ ਜਾਣਦੇ। ਹੁਣ ਤੁਸੀਂ ਬੱਚੇ ਸਮਝ ਗਏ ਹੋ, ਬਾਪ ਗਿਆਨ ਦਿੰਦੇ ਨੇ, ਉਸ ਨਾਲ ਦਿਨ ਹੋ ਜਾਂਦਾ ਹੈ। ਭਗਤੀ ਸ਼ੁਰੂ ਹੁੰਦੀ ਰਾਤ ਕਿਹਾ ਜਾਂਦਾ, ਕਿਉਂਕਿ ਧੱਕਾ ਖਾਣਾ ਪੈਂਦਾ ਹੈ। ਬ੍ਰਹਮਾ ਦੀ ਰਾਤ ਸੋ ਬ੍ਰਾਹਮਣਾ ਦੀ ਰਾਤ, ਫਿਰ ਹੁੰਦਾ ਹੈ ਦਿਨ। ਗਿਆਨ ਤੋਂ ਦਿਨ, ਭਗਤੀ ਤੋਂ ਰਾਤ। ਰਾਤ ਵਿੱਚ ਤੁਸੀਂ ਬਨਵਾਸ ਵਿੱਚ ਬੈਠੇ ਹੋ, ਫਿਰ ਦਿਨ ਵਿੱਚ ਕਿੰਨਾ ਧਨਵਾਨ ਬਣ ਜਾਂਦੇ ਹੋ। ਅੱਛਾ, ਮਿੱਠੇ ਮਿੱਠੇ ਸਿੱਕਿਲ ਦੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ। ਪਹਿਲੀ ਧਾਰਨਾ, ਆਪਣੇ ਦਿਲ ਤੋਂ ਪੁੱਛਣਾ ਹੈ। ਪਹਿਲੀ ਗੱਲ, ਬਾਪ ਤੋਂ ਇੰਨਾ ਜੋ ਖੁਸ਼ੀ ਦਾ ਖਜ਼ਾਨਾ ਮਿਲਿਆ ਉਹ ਦਿਮਾਗ ਵਿੱਚ ਬੈਠਦਾ ਹੈ। ਦੂਜਾ, ਬਾਪ ਸਾਨੂੰ ਵਿਸ਼ਵ ਦਾ ਮਾਲਿਕ ਬਣਾਉਣ ਆਏ ਨੇ। ਸਾਡੀ ਅਜਿਹੀ ਚਲਨ ਹੈ। ਬਾਤਚੀਤ ਕਰਨ ਦਾ ਢੰਗ ਅਜਿਹਾ ਹੈ, ਕਦੇ ਕਿਸੇ ਦੀ ਗਲਾਨੀ ਤਾਂ ਨਹੀਂ ਕਰਦੇ। ਤੀਜਾ, ਬਾਪ ਤੋਂ ਪ੍ਰਤਿੱਗਿਆ ਕਰਨ ਤੋਂ ਬਾਅਦ ਕੋਈ ਅਪਵਿੱਤਰ ਕਰਮ ਤਾਂ ਨਹੀਂ ਹੁੰਦਾ। ਵਰਦਾਨ ਹੈ, ਸਾਖਸ਼ੀ ਸਥਿਤੀ ਵੀ ਸਥਿਤ ਹੋ। ਪਰਿਸਥਿਤੀਆਂ ਦੇ ਖੇਡ ਨੂੰ ਦੇਖਣ ਵਾਲੇ ਸੰਤੋਸ਼ੀ ਆਤਮਾ ਭਵ। ਸਾਖਸ਼ੀ ਸਥਿਤੀ ਵੀ ਸਥਿਤ ਹੋ। ਪਰਿਸਥਿਤੀਆਂ ਦੇ ਖੇਡ ਨੂੰ ਦੇਖਣ ਵਾਲੇ ਸੰਤੋਸ਼ੀ ਆਤਮਾ ਭਵ। ਕਿਹੋ ਜੀ ਵੀ ਹਿਲਾਉਣ ਵਾਲੀ ਪਰਿਸਥਿਤੀਆਂ ਹੋਣ, ਲੇਕਿਨ ਸਾਖਸ਼ੀ ਸਥਿਤੀ ਵੀ ਸਥਿਤ ਹੋ ਜਾਓ ਤਾਂ ਅਨੁਭਵ ਕਰੋਗੇ ਜਿਵੇਂ ਪਪਟ ਸ਼ੋ, ਕਠਪੁਤਲੀ ਦਾ ਖੇਡ, ਰੀਅਲ ਨਹੀਂ। ਆਪਣੀ ਸ਼ਾਨ ਵਿੱਚ ਰਹਿੰਦੇ ਹੋਏ ਖੇਡ ਨੂੰ ਦੇਖੋ। ਸੰਗਮ ਯੁੱਗ ਦੀ ਸ੍ਰੇਸ਼ਟ ਸ਼ਾਨ ਹੈ ਸੰਤੁਸ਼ਟ ਮਣੀ ਬਣਨਾ, ਸੰਤੁਸ਼ਟ ਹੋ ਕੇ ਰਹਿਣਾ। ਐਸੀ ਸ਼ਾਨ ਵਿੱਚ ਰਹਿਣ ਵਾਲੀ ਆਤਮਾ ਕਦੇ ਪਰੇਸ਼ਾਨ ਨਹੀਂ ਹੋ ਸਕਦੀ। ਸੰਗਮ ਯੁੱਗ ਤੇ ਬਾਪ ਦਾਦਾ ਦੀ ਵਿਸ਼ੇਸ਼ ਦੇਣ ਹੈ ਸੰਤੁਸ਼ਟਤਾ। ਸਲੋਗਨ ਹੈ, ਅਜਿਹੇ ਖੁਸ਼ਨੁਮਾ ਬਣੋ ਜੋ ਮਨ ਦੀ ਖੁਸ਼ੀ ਸੂਰਤ ਤੋਂ ਸਪਸ਼ਟ ਵਿਖਾਈ ਦੇਵੇ। ਅਜਿਹੇ ਖੁਸ਼ਨੁਮਾ ਬਣੋ ਜੋ ਮਨ ਦੀ ਖੁਸ਼ੀ ਸੂਰਤ ਤੋਂ ਸਪਸ਼ਟ ਵਿਖਾਈ ਦੇਵੇ। ਓਮ ਸ਼ਾਂਤੀ।